द बैटल ऑफ प्लासी। वैन अलीवर्दी खान डाइड इन 1756 सिराजुद्दौला बिकेम द नवाब ऑफ बंगाल। अलीवर्दी खान की डैथ तो बाद सिराजुद्दौला कौन बन गया? नवाब बन गया बंगाल का। द कंपनी वॉज वरीड अबाउट हिस पावर एंड कीन ऑन अ पपट रूलर हू वुड विलिंगली गिव ट्रेड कंसैशनस एंड अदर प्रिविलेजिस। मतलब कि ਜਿਹੜੀ ਕੰਪਨੀ ਸੀ ਉਸ ਨੂੰ ਕੀ ਡਰ ਸੀਗਾ ਇਸ ਪਾਵਰ ਤੋਂ, ਠੀਕ ਹੈ, ਸਿਰਾਜੁद्दौला ਤੋਂ ਡਰ ਲੱਗਦਾ ਸੀ ਕਿਉਂਕਿ ਉਹ ਮਨਾ ਕਰ ਦੇਗਾ ਉਹਨਾਂ ਨੂੰ ਜਿਹੜੀਆਂ ਟ੍ਰੇਡ ਕੰਸੈਸ਼ਨਸ ਪਹਿਲਾਂ ਮਿਲੀਆਂ ਹੋਈਆਂ ਸੀ, ਠੀਕ ਹੈ, ਮਤਲਬ ਕਿ ਉਹ ਟੈਕਸ ਨਹੀਂ ਪੇ ਕਰਦੇ ਸੀ ਬੰਗਾਲ ਨੂੰ, ਉਹ ਸਾਰੀਆਂ ਚੀਜ਼ਾਂ ਤੋਂ ਹੁਣ ਉਹ ਦੁਬਾਰਾ ਮਤਲਬ ਟੈਕਸ ਲੈਣਾ ਸਟਾਰਟ ਕਰ ਦੂਗਾ, ਠੀਕ ਹੈ। ਇਸ ਚੀਜ਼ਾਂ ਕਰਕੇ ਕੰਪਨੀ ਥੋੜ੍ਹੀ ਜਿਹੀ ਵਰੀਡ ਸੀ, ਠੀਕ ਹੈ, ਘਬਰਾਈ ਹੋਈ ਸੀ। ਸੋ ਇਟ ਟਰਾਈਡ ਦੋ ਵਿਦਾਊਟ ਸਕਸੈਸ ਟੂ ਹੈਲਪ ਵਨ ਆਫ ਦਾ ਸਿਰਾਜੁद्दौला's ਰਾਈਵਲ ਬਿਕਮ ਦਾ ਨਵਾਬ। ਸੋ ਉਹਨਾਂ ਨੇ ਕੀ ਕੀਤਾ, ਸਿਰਾਜੁद्दौला ਦਾ ਰਾਈਵਲ ਮਤਲਬ ਕਿ ਉਸ ਦਾ ਦੁਸ਼ਮਣ ਸੀ ਕੋਈ ਹੋਰ ਰਾਜਾ ਜੋ ਕਿ ਨਵਾਬ ਦੇ ਬੰਗਾਲ ਦੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਸੀ, ਉਸ ਦੀ ਹੈਲਪ ਕੀਤੀ ਕਿ ਤੈਨੂੰ ਨਵਾਬ ਬਣਾ ਦਿੱਤਾ ਜਾਊਗਾ ਬੰਗਾਲ ਦਾ, ਠੀਕ ਹੈ, ਜੇਕਰ ਤੂੰ ਸਾਡੀ ਮਦਦ ਕਰੇਗਾ। ਐਨ ਇਨਫੂਰੀਏਟਡ ਸਿਰਾਜੁद्दौला ਆਸਕਡ ਦਾ ਕੰਪਨੀ ਟੂ ਸਟਾਪ ਮੈਡਲਿੰਗ ਇਨ ਦਾ ਪੋਲੀਟੀਕਲ ਅਫੇਅਰਸ ਆਫ ਹਿਸ ਡੋਮੀਨੀਅਨ। ਅਤੇ ਸਿਰਾਜੁद्दौला ਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਪੋਲੀਟੀਕਲ ਮੈਟਰ ਦੇ ਵਿੱਚ ਦਖਲ ਨਾ ਦੇਣ, ਠੀਕ ਹੈ। ਸਟਾਪ ਫੋਰਟੀਫਿਕੇਸ਼ਨ ਐਂਡ ਪੇ ਦਾ ਰੈਵਨਿਊਜ਼। ਅਤੇ ਉਹਨਾਂ ਨੂੰ ਕਿਲ੍ਹਾ ਬਣਾਉਣ ਦੇ ਉੱਤੋਂ, ਕਿਲ੍ਹਾਬੰਦੀ ਕਰਨ ਦੇ ਉੱਤੋਂ ਮਤਲਬ ਰੋਕ ਲਗਾਈ ਅਤੇ ਉਹਨਾਂ ਨੂੰ ਟੈਕਸ ਪੇ ਕਰਨ ਲਈ ਕਿਹਾ ਗਿਆ, ਠੀਕ ਹੈ। ਆਫਟਰ ਨੈਗੋਸ਼ੀਏਸ਼ਨਸ ਫੇਲਡ ਦਾ ਨਵਾਬ ਮਾਰਚਡ ਵਿਦ 30,000 ਸੋਲਜਰਸ ਟੂ ਦਾ ਇੰਗਲਿਸ਼ ਫੈਕਟਰੀ ਐਟ ਕਾਸਿਮ ਬਾਜ਼ਾਰ, ਕੈਪਚਰਡ ਦਾ ਕੰਪਨੀ ਅਫੀਸ਼ੀਅਲਸ, looked the warehouse, disarmed all Englishmen and blockaded English ships. Then he marched to Calcutta to establish control over the company's fort there. ਸੋ ਨਵਾਬ ਨੇ ਜਦੋਂ ਮਤਲਬ ਕੰਪਨੀ ਨੇ ਮਨਾ ਕਰਤਾ ਕਿ ਅਸੀਂ ਟੈਕਸ ਪੇ ਨਹੀਂ ਕਰਾਂਗੇ, ਹੈ ਨਾ, ਨਵਾਬ ਦੀ ਕੋਈ ਗੱਲ ਨਹੀਂ ਮੰਨਾਂਗੇ, ਤਾਂ ਨਵਾਬ ਨੇ ਕੀ ਕੀਤਾ, 30,000 ਸੋਲਜਰਸ ਨੂੰ ਲੈ ਕੇ ਜਿਹੜੀ ਕਾਸਿਮ ਬਾਜ਼ਾਰ ਦੇ ਵਿੱਚ ਉਹਨਾਂ ਦੀ ਫੈਕਟਰੀ ਸੀ ਉਸ ਦੇ ਉੱਤੇ ਹਮਲਾ ਕੀਤਾ ਅਤੇ ਜਿਹੜੇ ਉੱਥੇ ਕੰਪਨੀ ਦੇ ਅਫੀਸ਼ੀਅਲ ਸੀ ਉਹਨਾਂ ਨੂੰ ਕਬਜ਼ੇ ਦੇ ਵਿੱਚ ਲੈ ਲਿਆ, ਵੇਅਰ ਹਾਊਸ ਨੂੰ ਲੌਕ ਕਰਤਾ, ਠੀਕ ਹੈ। ਮਤਲਬ ਉੱਥੇ ਕਬਜ਼ਾ ਕਰਨ ਤੋਂ ਬਾਅਦ ਉਹਨਾਂ ਨੇ ਕਲਕੱਤਾ ਵੱਲ ਜਿੱਥੇ ਉਹਨਾਂ ਦੀ ਹੋਰ ਫੈਕਟਰੀ ਸੀ ਉਸ ਦੇ ਉੱਤੇ ਕਬਜ਼ਾ ਕਰਨ ਦੇ ਲਈ ਉੱਧਰ ਨੂੰ ਆਪਣਾ ਮਤਲਬ ਫੋਰਸ ਲੈ ਕੇ ਚੱਲ ਪਿਆ ਰਾਜਾ, ਠੀਕ ਹੈ। ਔਨ ਹੀਅਰਿੰਗ ਦਾ ਨਿਊਜ਼ ਆਫ the fall of Calcutta, the company officials in Madras sent forces under the command of Robert Clive, reinforced by naval fleets. Prolonged negotiations with the Nawab followed. ਜਦੋਂ ਉਹਨਾਂ ਨੇ ਫਾਲ ਆਫ ਕਲਕੱਤਾ ਮਤਲਬ ਕਿ ਕਲਕੱਤਾ ਦੇ ਵਿੱਚ ਜੋ ਉਹਨਾਂ ਦੇ ਉੱਤੇ ਹਮਲਾ ਹੋਇਆ ਉਸ ਦੀ ਗੱਲ ਸੁਣਨ ਤੋਂ ਬਾਅਦ ਜਿਹੜੇ ਕੰਪਨੀ ਦੇ ਅਫੀਸ਼ੀਅਲਸ ਨੇ ਉਹਨਾਂ ਨੇ ਆਪਣੀ ਫੋਰਸ ਸੈਂਡ ਕੀਤੀ ਰੋਬਰਟ ਕਲਾਈਵ ਦੀ ਕਮਾਂਡ ਦੇ ਉੱਤੇ, ਜਿਸ ਦੇ ਨਾਲ ਮਤਲਬ ਕਿ ਨਗੋਸ਼ੀਏਸ਼ਨਸ ਹੋਈਆਂ, ਠੀਕ ਹੈ। ਮਤਲਬ ਕਿ ਨਵਾਬ ਨੇ ਕੁਛ ਉਹਨਾਂ ਦੀਆਂ ਗੱਲਾਂ ਮੰਨਦੇ, ਉਹਨਾਂ ਵਿਚਾਲੇ ਰਜ਼ਾਮੰਦੀ ਹੋਈ, ਠੀਕ ਹੈ। ਫਾਈਨਲੀ ਇਨ 1757 ਰੋਬਰਟ ਕਲਾਈਵ ਲੈਡ ਦਾ ਕੰਪਨੀਜ਼ ਆਰਮੀ ਅਗੇਂਸਟ ਸਿਰਾਜੁद्दौला। ਰਜ਼ਾਮੰਦੀ ਨਹੀਂ ਹੋਈ ਉਹਨਾਂ ਦੀ, ਠੀਕ ਹੈ, ਕੋਈ ਰਜ਼ਾਮੰਦੀ ਦੇ ਲਈ ਉਹਨਾਂ ਵਿਚਾਰੇ ਗੱਲਬਾਤ ਚੱਲੀ ਸੀ, ਠੀਕ ਹੈ। ਪਰ ਇਸ ਤੋਂ ਬਾਅਦ ਕੀ ਹੋਇਆ, 1757 ਦੇ ਵਿੱਚ ਰੋਬਰਟ ਕਲਾਈਵ ਨੇ ਆਪਣੀ ਮਤਲਬ ਆਰਮੀ ਭੇਜੀ ਸਿਰਾਜੁद्दौला ਦੇ ਖਿਲਾਫ ਲੜਨ ਦੇ ਲਈ ਪਲਾਸੀ ਦੇ ਵਿੱਚ, ਠੀਕ ਹੈ। ਵਨ ਆਫ ਦਾ ਮੇਨ ਰੀਜ਼ਨਸ ਫॉर the defeat of Nawab was that the forces led by Mir Jafar, one of the Sirajuddaulla's commanders, never fought the battle. Clive had managed to secure his support by promising to make him Nawab after crushing Sirajuddaulah. ਸੋ ਇਹ ਬੱਚੇ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਠੀਕ ਹੈ, ਤੁਹਾਨੂੰ ਪੂਰੀ ਲਾਈਫ ਦੇ ਲਈ ਯਾਦ ਰੱਖਣ ਦੀ ਲੋੜ ਹੈ, ਠੀਕ ਹੈ। 1757 ਦੇ ਵਿੱਚ ਜਿਹੜੀ ਫਸਟ ਬੈਟਲ ਹੋਈ ਸੀ ਪਲਾਸੀ ਦੇ ਵਿੱਚ, ਠੀਕ ਹੈ, ਉਹਦੇ ਵਿੱਚ ਕੀ ਹੋਇਆ ਸੀਗਾ, ਰੋਬਰਟ ਕਲਾਈਵ ਨੇ ਆਪਣੀ ਆਰਮੀ ਭੇਜਤੀ, ਠੀਕ ਹੈ, ਸਿਰਾਜੁद्दौला ਨਾਲ ਲੜਨ ਵਾਸਤੇ, ਬਟ ਜਿਹੜਾ ਕਮਾਂਡਰ ਸੀਗਾ ਮਤਲਬ ਸੈਨਾਪਤੀ ਸੀ ਸਿਰਾਜੁद्दौला ਦੀ ਫੌਜ ਦਾ, ਉਸ ਨੂੰ ਮਨਾ ਲਿਆ ਗਿਆ ਕਿ ਜੇਕਰ ਤੂੰ ਇਹ ਫੌਜ ਮਤਲਬ ਫੌਜ ਨੂੰ ਨਾ ਲੜਨ ਲਈ ਮਨਾਏਗਾ, ਠੀਕ ਹੈ, ਮਤਲਬ ਕਿ ਜਿਹੜਾ ਬੰਗਾਲ ਦਾ ਨਵਾਬ ਸੀ ਸਿਰਾਜੁद्दौला ਉਹਦੀ ਫੌਜ ਨੂੰ ਮਨਾ ਲਿਆ ਗਿਆ ਉਸਦੇ ਕਮਾਂਡਰ ਦੁਆਰਾ ਕਿ ਆਪਾਂ ਲੜਨਾ ਨਹੀਂ, ਠੀਕ ਹੈ। ਅਤੇ ਸਿਰਾਜੁद्दौला ਨੂੰ ਹਰਾ ਦਿੱਤਾ ਗਿਆ ਸਿਰਫ ਇੱਕ ਸਮਝੌਤੇ 'ਤੇ ਕਿ ਨਵਾਬ ਨੂੰ ਹਟਾ ਕੇ ਸਿਰਫ ਉਸਦੇ ਕਮਾਂਡਰ ਨੂੰ ਯਾਨੀ ਕਿ ਮੀਰ ਜਾਫਰ ਨੂੰ ਆਪਾਂ ਬੰਗਾਲ ਦਾ ਨਵਾਬ ਬਣਾ ਦਾਂਗੇ, ਠੀਕ ਹੈ। ਅਤੇ ਉਹ ਮੰਨ ਗਿਆ ਅਤੇ ਇਸ ਦੇ ਕਾਰਨ ਸਿਰਾਜੁद्दौला ਦੀ ਡੈਥ ਹੋ ਗਈ ਅਤੇ ਉਸ ਨੂੰ ਮਤਲਬ ਕ੍ਰਸ਼ ਕਰਕੇ ਮੀਰ ਜਾਫਰ ਨੂੰ ਬੰਗਾਲ ਦਾ ਨਵਾਬ ਬਣਾ ਦਿੱਤਾ ਗਿਆ। ਦ ਬੈਟਲ ਆਫ ਪਲਾਸੀ ਬਿਕੇਮ ਫੇਮਸ ਬਿਕੋਜ਼ ਇਟ ਵਾਜ਼ ਦ ਫਸਟ ਮੇਜਰ ਵਿਕਟਰੀ ਆਫ ਦ ਕੰਪਨੀ ਵਨ ਇਨ ਇੰਡੀਆ। ਬੈਟਲ ਆਫ ਪਲਾਸੀ ਕਾਹਤੋਂ ਮਤਲਬ ਕਿ ਫੇਮਸ ਹੋਈ, ਕਿਉਂਕਿ ਇਹ ਪਹਿਲੀ ਜਿੱਤ ਸੀ ਈਸਟ ਇੰਡੀਆ ਕੰਪਨੀ ਦੀ ਜਿਹੜੀ ਲੜਾਈ ਦੇ ਮੈਦਾਨ ਦੇ ਵਿੱਚ ਹੋਈ ਸੀ ਇੰਡੀਆ ਦੇ ਵਿੱਚ, ਫਸਟ ਜਿਹੜੀ ਵਿਕਟਰੀ ਸੀ ਉਹਨਾਂ ਦੀ, ਠੀਕ ਹੈ। ਆਫਟਰ ਦਾ ਡਿਫੀਟ ਐਟ ਪਲਾਸੀ ਸਿਰਾਜੁद्दौला ਵਾਜ਼ ਅਸੈਸੀਨੇਟਡ ਐਂਡ ਮੀਰ ਜਾਫਰ ਮੇਡ ਦਾ ਨਵਾਬ। ਇਸ ਤੋਂ ਬਾਅਦ ਮਤਲਬ ਕਿ ਸਿਰਾਜੁद्दौला ਨੂੰ ਖਤਮ ਕਰ ਦਿੱਤਾ ਗਿਆ ਅਤੇ ਮੀਰ ਜਾਫਰ ਨੂੰ ਨਵਾਬ ਬਣਾ ਦਿੱਤਾ ਗਿਆ। ਕੰਪਨੀ ਵਾਜ਼ ਸਟਿਲ ਅਨਵਿਲਿੰਗ ਟੂ ਟੇਕ ਓਵਰ ਦਾ ਰਿਸਪੋਂਸਿਬਿਲਿਟੀ ਆਫ ਐਡਮਿਨਿਸਟ੍ਰੇਸ਼ਨ।
ਇਟਸ ਪ੍ਰਾਈਮ ਆਬਜੈਕਟਿਵ ਵਾਸ ਦਾ ਐਕਸਪੈਂਸ਼ਨ ਆਫ ਟ੍ਰੇਡ। ਹੁਣ ਐਡਮਿਨਿਸਟਰ ਰਾਜ ਕਰਨ ਦਾ ਉਹਨਾਂ ਦਾ ਹਾਲੇ ਵੀ ਕੋਈ ਮਕਸਦ ਨਹੀਂ ਸੀ, ਠੀਕ ਹੈ। ਈਸਟ ਇੰਡੀਆ ਕੰਪਨੀ ਦਾ ਉਹਨਾਂ ਦਾ ਹਾਲੇ ਵੀ ਜਿਹੜੀ ਫਸਟ ਪ੍ਰਾਇਓਰਿਟੀ ਸੀ ਉਹ ਟ੍ਰੇਡ ਦੀ ਸੀ। ਇਫ ਦਿਸ ਕੁਡ ਬੀ ਡਨ ਵਿਦਾਊਟ ਕਨਕੁਐਸਟ ਥਰੂ ਦਾ ਹੈਲਪ ਆਫ ਲੋਕਲ ਰੂਲਰਸ ਹੂ ਆਰ ਵਿਲਿੰਗ ਟੂ ਗ੍ਰਾਂਟ ਪ੍ਰਿਵਿਲੇਜਸ ਦੈਨ ਟੈਰੀਟਰੀਜ਼ ਨੀਡ ਨਾਟ ਟੂ ਬੀ ਟੇਕਨ ਡਾਇਰੈਕਟਲੀ। ਹੁਣ ਜੇਕਰ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਰਾਜਾ ਉਹਨਾਂ ਦੀ ਮਦਦ ਕਰਦਾ ਸੀ ਕਿਸੇ ਜਗ੍ਹਾ ਦਾ, ਠੀਕ ਹੈ, ਉਹਨਾਂ ਨੂੰ ਰਾਜ ਕਰਨ ਦੀ ਲੋੜ ਹੀ ਨਹੀਂ ਸੀ, ਠੀਕ ਹੈ। ਉਹ ਸਿਰਫ ਆਪਣਾ ਟ੍ਰੇਡ ਕਰਨਾ ਸਿਰਫ ਉਹਨਾਂ ਦਾ ਇੱਕ ਮਕਸਦ ਸੀ। Soon the company discovered that this was rather difficult, for even the puppet Nawabs were not always as helpful as the company wanted them to be। ਹੁਣ ਇਹ ਚੀਜ਼ਾਂ ਕਰਕੇ ਵੀ ਮਤਲਬ ਸਿਰਫ ਇੰਨਾ ਕਾਫੀ ਨਹੀਂ ਲੱਗਿਆ ਹੈ ਨਾ ਈਸਟ ਇੰਡੀਆ ਕੰਪਨੀ ਨੂੰ। ਉਹਨਾਂ ਨੂੰ ਲੱਗਿਆ ਕਿ ਹਾਂ ਹੁਣ ਜਿਹੜੇ ਪੱਪਟ ਨਵਾਬਸ ਮਤਲਬ ਕਿ ਜਿਹੜੇ ਉਹਨਾਂ ਦੇ ਚੇਲੇ ਹੈ ਨਾ, ਪੱਪਟ ਮਤਲਬ ਆਪਾਂ ਕਤੂਰੇ ਨੂੰ ਕਹਿ ਦਿੰਦੇ ਹਾਂ ਹੈ ਨਾ, ਕਿਸੇ ਦਾ ਅੰਡਰ ਲਾਈ ਲੱਗ ਆਪਾਂ ਕਹਿ ਸਕਦੇ ਹਾਂ ਹੈ ਨਾ, ਮਤਲਬ ਕਿ ਕੰਪਨੀ ਨੇ ਜਿੱਦਾਂ ਕਹਿਤਾ, ਰੂਲਰ ਨੇ ਨਵਾਬ ਨੇ ਉੱਦਾਂ ਹੀ ਕਰ ਲਿਆ ਹੈ ਨਾ, ਤੋ ਪਾਲਤੂ ਆਪਾਂ ਕਹਿ ਸਕਦੇ ਹਾਂ ਹੈ ਨਾ। ਸੋ ਇਹ ਚੀਜ਼ਾਂ ਵੀ ਉਹਨਾਂ ਲਈ ਵਰਕ ਨਹੀਂ ਕੀਤਾ, ਉਹਨਾਂ ਨੂੰ ਡਿਫੀਕਲਟੀਜ਼ ਆਈਆਂ ਹੈ ਨਾ ਈਸਟ ਇੰਡੀਆ ਕੰਪਨੀ ਨੂੰ। ਆਫਟਰ ਆਲ ਦੇ ਹੈਡ ਟੂ ਮੇਨਟੇਨ ਅ ਬੇਸਿਕ ਅਪੀਅਰੈਂਸ ਆਫ ਡਿਗਨਿਟੀ ਐਂਡ ਸੋਵਰੇਨਟੀ ਇਫ ਦੇ ਵਾਂਟਡ ਰਿਸਪੈਕਟ ਫਰੋਮ ਦੇਅਰ ਸਬਜੈਕਟਸ। ਹੁਣ ਉਹਨਾਂ ਨੂੰ ਕੀ ਚਾਹੀਦਾ ਸੀਗਾ? ਡਿਗਨਿਟੀ ਅਤੇ ਸੋਵਰੇਨਟੀ, ਮਤਲਬ ਆਜ਼ਾਦੀ ਚਾਹੀਦੀ ਸੀ ਵਪਾਰ ਕਰਨ ਦੀ। ਅਤੇ ਜੇ ਉਹਨਾਂ ਦਾ ਮਤਲਬ ਆਪਣਾ ਰੋਬ ਪੈਦਾ ਕਰਨਾ ਚਾਹੁੰਦੇ ਸੀ ਕਿ ਜਿਹੜੇ ਨਵਾਬ ਨੇ ਉਹ ਸਾਡੀ ਵੀ ਰਿਸਪੈਕਟ ਕਰਨ, ਸਾਰੇ ਇੰਡੀਆ ਦੇ ਜਿਹੜੇ ਲੋਕ ਨੇ ਹੈ ਨਾ, ਜਾਂ ਜਿਹੜੇ ਉੱਥੋਂ ਦੇ ਰੂਲਰ ਨੇ ਉਹ ਰਿਸਪੈਕਟ ਕਰਨ ਈਸਟ ਇੰਡੀਆ ਕੰਪਨੀ ਦੀ। ਇਹ ਚੀਜ਼ ਉਹਨਾਂ ਨੂੰ ਲੱਗਿਆ ਕਿ ਇਹ ਪੋਲੀਟਿਕਸ ਦੇ ਵਿੱਚ ਆ ਕੇ ਐਡਮਿਨਿਸਟ੍ਰੇਸ਼ਨ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਹੀ ਹੋ ਸਕਦਾ। ਵਟ ਕੁਡ ਦਾ ਕੰਪਨੀ ਡੂ ਵੈਨ ਮੀਰ ਜਾਫਰ ਪ੍ਰੋਟੈਸਟਡ ਦਾ ਕੰਪਨੀ ਡਿਪੋਜ਼ਡ ਹਿਮ ਐਂਡ ਇੰਸਟਾਲਡ ਮੀਰ ਕਾਸਿਮ ਇਨ ਹਿਸ ਪਲੇਸ। ਹੁਣ ਜਦੋਂ ਮੀਰ ਜਾਫਰ ਰਾਜਾ ਤਾਂ ਬਣ ਗਿਆ, ਬਟ ਸੇਮ ਚੀਜ਼ਾਂ ਜਿਹੜੀਆਂ ਸਿਰਾਜੂਦੌਲਾ ਨਾਲ ਉਹਨਾਂ ਨੇ ਕੀਤੀਆਂ ਸੀ, ਉਹਨਾਂ ਨੂੰ ਉਸ ਨੂੰ ਮਨਾ ਕਰਤਾ ਟੈਕਸ ਪੇ ਕਰਨ ਤੋਂ, ਅਤੇ ਮਤਲਬ ਹੋਰ ਕਈ ਚੀਜ਼ਾਂ ਉਹ ਧੱਕੇ ਨਾਲ ਹੀ ਮਤਲਬ ਆਪਣਾ ਵਪਾਰ ਕਰੀ ਗਏ, ਠੀਕ ਹੈ, ਰਾਜੇ ਦੇ ਨਿਯਮਾਂ ਦੀਆਂ ਉਲੰਘਣਾ ਕਰ ਗਏ, ਠੀਕ ਹੈ। ਅਤੇ ਜਦੋਂ ਫਿਰ ਮੀਰ ਜਾਫਰ ਨੇ ਉਹਨਾਂ ਦਾ ਵਿਰੋਧ ਕੀਤਾ ਤਾਂ ਫਿਰ ਕੰਪਨੀ ਨੇ ਉਸ ਨੂੰ ਵੀ ਹਟਾ ਕੇ ਕੀ ਕੀਤਾ, ਮੀਰ ਕਾਸਿਮ ਨੂੰ ਉਸ ਦੀ ਜਗ੍ਹਾ 'ਤੇ ਬਿਠਾ ਦਿੱਤਾ ਗਿਆ। ਮਤਲਬ ਉਹ ਇੱਕ ਰਾਜੇ ਨੂੰ ਰਿਪਲੇਸ ਕਰ ਦਿੰਦੇ ਸੀ ਹੈ ਨਾ, ਰਾਜੇ ਨੂੰ ਹੀ ਰਿਪਲੇਸ ਕਰ ਦਿੰਦੇ ਸੀ ਉਸ ਦੀ ਜਗ੍ਹਾ ਤੋਂ ਜਦੋਂ ਉਹ ਵਿਰੋਧ ਕਰਦਾ ਸੀ ਈਸਟ ਇੰਡੀਆ ਕੰਪਨੀ ਦਾ। ਫਿਰ ਜਦੋਂ ਮੀਰ ਕਾਸਿਮ ਨੂੰ ਪਹਿਲਾਂ ਰਾਜਾ ਬਣਾਤਾ, ਫਿਰ ਜਦੋਂ ਮੀਰ ਕਾਸਿਮ ਨੇ ਕੰਪਲੇਂਟ ਕੀਤੀ, ਠੀਕ ਹੈ, ਫਿਰ ਉਹਨੂੰ ਵੀ ਹਰਾਤਾ। ਬੈਟਲ ਲੜੀ ਗਈ ਬਕਸਰ ਦੇ ਵਿੱਚ 1764 ਦੇ ਵਿੱਚ, ਡਰਾਈਵਨ ਆਊਟ ਆਫ ਬੰਗਾਲ ਐਂਡ ਮੀਰ ਜਾਫਰ ਵਾਸ ਰੀਇੰਸਟਾਲਡ। ਅਤੇ ਫਿਰ ਮੀਰ ਕਾਸਿਮ ਨੂੰ ਹਰਾ ਕੇ ਫਿਰ ਤੋਂ ਜਿਹੜਾ ਮੀਰ ਜਾਫਰ ਸੀ ਉਸ ਨੂੰ ਦੁਬਾਰਾ ਫਿਰ ਮਤਲਬ ਰਾਜਾ ਬਣਾ ਦਿੱਤਾ ਗਿਆ, ਠੀਕ ਹੈ। ਦਾ ਨਵਾਬ ਹੈਡ ਟੂ ਪੇ ₹5 ਲੱਖ ਐਵਰੀ ਮੰਥ ਬਟ ਦਾ ਕੰਪਨੀ ਵਾਂਟਡ ਮੋਰ ਮਨੀ ਟੂ ਫਾਈਨੈਂਸ ਇਟਸ ਵਾਰ। ਮਤਲਬ 5 ਲੱਖ ਰੁਪਇਆ ਹਰ ਮਹੀਨੇ ਨਵਾਬ ਪੇ ਕਰਦਾ ਸੀ ਈਸਟ ਇੰਡੀਆ ਕੰਪਨੀ ਨੂੰ, ਅਤੇ ਕੰਪਨੀ ਨੂੰ ਹੋਰ ਪੈਸਾ ਚਾਹੀਦਾ ਸੀ ਫਾਈਨੈਂਸ ਮਤਲਬ ਕਿ ਵਾਰ ਕਰਨ ਦੇ ਲਈ, ਲੜਾਈਆਂ ਦੇ ਲਈ, ਠੀਕ ਹੈ। ਐਂਡ ਮੀਟ ਦਾ ਡਿਮਾਂਡਸ ਆਫ ਟ੍ਰੇਡ ਐਂਡ ਇਟਸ ਅਦਰ ਐਕਸਪੈਂਸਿਸ। ਅਤੇ ਮਤਲਬ ਜਿਹੜਾ ਫੌਜ ਦਾ ਹੋਰ ਵੀ ਖਰਚਾ ਸੀ, ਜਾਂ ਜਿਹੜਾ ਟ੍ਰੇਡ ਦੇ ਵਿੱਚ ਐਕਸਪੈਂਸ ਹੁੰਦਾ ਸੀ, ਉਹ ਸਾਰਾ ਜਿਹੜਾ ਨਵਾਬ ਹੁੰਦਾ ਸੀ ਉਹਨੂੰ ਪੇ ਕਰਨਾ ਪੈਂਦਾ ਸੀ। ਇਟ ਵਾਂਟਡ ਮੋਰ ਟੈਰੀਟਰੀਜ਼ ਐਂਡ ਮੋਰ ਰੈਵਨਿਊ। ਉਹ ਹੋਰ ਜ਼ਿਆਦਾ ਥਾਵਾਂ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੀ ਸੀ ਈਸਟ ਇੰਡੀਆ ਕੰਪਨੀ, ਅਤੇ ਹੋਰ ਜ਼ਿਆਦਾ ਮਤਲਬ ਟੈਕਸ ਚਾਹੁੰਦੀ ਸੀ ਹੈ ਨਾ। ਬਾਈ ਦਾ ਟਾਈਮ ਮੀਰ ਜਾਫਰ ਡਾਈਡ ਇਨ 1765 ਦਾ ਮੂਡ ਆਫ ਦਾ ਕੰਪਨੀ ਹੈਡ ਚੇਂਜਡ। ਜਦੋਂ ਮੀਰ ਜਾਫਰ ਦੀ ਡੈਥ ਹੋਈ 1765 ਦੇ ਵਿੱਚ, ਕੰਪਨੀ ਦਾ ਮੂਡ ਚੇਂਜ ਹੋ ਗਿਆ। ਕਿੱਦਾਂ? ਹੈਵਿੰਗ ਫੇਲਡ ਟੂ ਵਰਕ ਵਿਦ ਪਪਟ ਨਵਾਬਸ, ਕਲਾਈਵ ਡਿਕਲੇਅਰਡ ਵੀ ਮਸਟ ਇਨਡੀਡ ਬਿਕਮ ਨਵਾਬਸ ਆਰ ਸੈਲਵਸ। ਮਤਲਬ ਕਿ ਹੁਣ ਸਾਨੂੰ ਰਾਜਿਆਂ ਨੂੰ ਆਪਣੇ ਪਾਲਤੂ ਬਣਾਉਣ ਤੋਂ ਬਿਨਾਂ ਸਾਨੂੰ ਆਪ ਕੰਮ ਕਰਨਾ ਪਊਗਾ, ਸਾਨੂੰ ਆਪ ਨਵਾਬ ਬਣਨਾ ਪਊਗਾ, ਰਾਬਰਟ ਕਲਾਈਵ ਨੇ ਡਿਕਲੇਅਰ ਕੀਤਾ। ਫਾਈਨਲੀ ਇਨ 1765 ਦਾ ਮੁਗਲ ਐਂਪਰਰ ਅਪੋਇੰਟਡ ਦਾ ਕੰਪਨੀ ਐਜ਼ ਦਾ ਦੀਵਾਨ ਆਫ ਦਾ ਪ੍ਰੋਵਿੰਸਿਸ ਆਫ ਬੰਗਾਲ। ਹੁਣ 1765 ਦੇ ਵਿੱਚ ਮੁਗਲ ਐਂਪਰਰ ਨੇ ਕੀ ਅਪੋਇੰਟ ਕਰਤਾ? ਕੰਪਨੀ ਨੂੰ ਦੀਵਾਨ ਆਫ ਪ੍ਰੋਵਿੰਸ, ਮਤਲਬ ਆਪਣੇ ਜਿਹੜੇ ਬੰਗਾਲ ਸਟੇਟ ਸੀ, ਠੀਕ ਆ, ਉਹਦਾ ਦੀਵਾਨ ਅਪੋਇੰਟ ਕਰਤਾ। ਦਾ ਦੀਵਾਨੀ ਅਲਾਉਡ ਦਾ ਕੰਪਨੀ ਟੂ ਯੂਜ਼ ਦਾ ਵਾਸਟ ਰੈਵਨਿਊ ਰਿਸੋਰਸਿਸ ਆਫ ਦਾ ਬੰਗਾਲ। ਹੁਣ ਜਿਹੜਾ ਦੀਵਾਨੀ, ਜਦੋਂ ਉਹ ਦੀਵਾਨ ਐਜ਼ ਅ ਦੀਵਾਨ ਅਪੋਇੰਟ ਕਰਤਾ, ਠੀਕ ਹੈ, ਈਸਟ ਇੰਡੀਆ ਕੰਪਨੀ ਨੂੰ, ਤਾਂ ਉਹਦੇ ਨਾਲ ਕੀ ਹੋਇਆ, ਜਿਹੜਾ ਬੰਗਾਲ ਦਾ ਰੈਵਨਿਊ ਸੀ, ਠੀਕ ਹੈ, ਬਹੁਤ ਵੱਡਾ ਰੈਵਨਿਊ ਸੀ ਬੰਗਾਲ ਦਾ ਉਸ ਸਮੇਂ, ਠੀਕ ਹੈ, ਅਤੇ ਉਹ ਸਾਰਾ ਯੂਜ਼ ਕਰਦੀ ਸੀ ਕੰਪਨੀ। ਦੇ ਸੋਲਵਡ ਅ ਮੇਜਰ ਪ੍ਰੋਬਲਮ ਦੈਟ ਦਾ ਕੰਪਨੀ ਹੈਡ ਅਰਲੀਅਰ ਫੇਸਡ। ਇਹਦੇ ਨਾਲ ਕੰਪਨੀ ਦੀ ਜਿਹੜੀ ਉਹਨਾਂ ਨੂੰ ਪਹਿਲਾਂ ਪ੍ਰੋਬਲਮਸ ਫੇਸ ਹੋਈਆਂ ਸੀ ਉਹ ਸਾਰੀਆਂ ਦੂਰ ਹੋ ਗਈਆਂ। ਫਰੋਮ ਦਾ ਅਰਲੀ 18th ਸੈਂਚੁਰੀ ਇਟਸ ਟ੍ਰੇਡ ਵਿਦ ਇੰਡੀਆ ਹੈਡ ਐਕਸਪੈਂਡਡ। ਅਰਲੀ 18th ਸੈਂਚੁਰੀ ਤੋਂ ਹੁਣ ਮਤਲਬ ਜਿਹੜਾ ਈਸਟ ਇੰਡੀਆ ਕੰਪਨੀ ਦਾ ਟ੍ਰੇਡ ਸੀਗਾ ਇੰਡੀਆ ਦੇ ਨਾਲ, ਉਹ ਹੋਰ ਜ਼ਿਆਦਾ ਵੱਧ ਗਿਆ, ਐਕਸਪੈਂਡ ਹੋ ਗਿਆ, ਠੀਕ ਹੈ। ਬਟ ਇਟ ਹੈਡ ਟੂ ਬਾਈ ਮੋਸਟ ਆਫ ਦਾ ਗੁਡਸ ਇਨ ਇੰਡੀਆ ਵਿਦ ਗੋਲਡ ਐਂਡ ਸਿਲਵਰ ਇੰਪੋਰਟਡ ਫਰੋਮ ਬ੍ਰਿਟੇਨ। ਪਰ ਇਹਦੇ ਨਾਲ ਕੀ ਹੁੰਦਾ ਸੀਗਾ, ਇੰਡੀਆ ਦੇ ਵਿੱਚੋਂ ਕੋਈ ਵੀ ਸਮਾਨ ਖਰੀਦਣ ਲਈ ਉਹਨਾਂ ਨੂੰ ਗੋਲਡ ਜਾਂ ਸਿਲਵਰ ਯੂਜ਼ ਕਰਨਾ ਪੈਂਦਾ ਸੀ, ਜਿਹੜਾ ਕਿ ਉਹ ਬ੍ਰਿਟੇਨ ਤੋਂ ਲੈ ਕੇ ਆਉਂਦੇ ਸੀ।
दिस वाज बिकॉज एट दैट टाइम ब्रिटेन हैड नो गुड्स टू सैल इन इंडिया, क्योंकि उस समय ब्रिटेन कोल कोई गुड्स है नहीं सी जो कि वो इंडिया ਦੇ ਵਿੱਚ ਵੇਚ ਸਕਣ ਤੇ ਉਸ ਪੈਸਿਆਂ ਦੇ ਬਦਲੇ ਉਹ ਹੈ ਨਾ ਆਪਣਾ ਸਮਾਨ ਖਰੀਦ ਸਕਣ। ਦ ਆਊਟਫਲੋ ਆਫ ਗੋਲਡ ਫਰੋਮ ਬ੍ਰਿਟੇਨ ਸਲੋਡ ਆਫਟਰ ਦਾ ਬੈਟਲ ਆਫ ਪਲਾਸੀ, ਬੈਟਲ ਆਫ ਪਲਾਸੀ ਤੋਂ ਬਾਅਦ ਉਹਨਾਂ ਨੇ ਆਪਣਾ ਗੋਲਡ ਤੇ ਜਿਹੜਾ ਸਿਲਵਰ ਸੀ ਜੋ ਵੀ ਉੱਥੋਂ ਲੈ ਕੇ ਆਉਣਾ ਬੰਦ ਕਰਤਾ। ਐਂਡ ਐਂਟਾਇਰਲੀ ਸਟਾਪਡ ਆਫਟਰ ਦਾ ਅਸੰਪਸ਼ਨ ਆਫ ਦੀਵਾਨੀ, ਤੇ ਬਿਲਕੁਲ ਹੀ ਬੰਦ ਕਰਤਾ ਜਦੋਂ ਉਹਨਾਂ ਕੋਲ ਦੀਵਾਨੀ ਆ ਗਈ ਬੰਗਾਲ ਦੀ, ਕਿਉਂਕਿ ਉਹ ਉਸ ਦਾ ਜਿਹੜਾ ਰੈਵਨਿਊ ਸੀ ਉਹ ਵਰਤ ਲੈਂਦੇ ਸੀ ਇੰਡੀਆ ਦੇ ਵਿੱਚੋਂ ਗੁਡਸ ਖਰੀਦਣ ਦੇ ਲਈ। ਨਾਓ ਰੈਵਨਿਊ ਫਰੋਮ ਇੰਡੀਆ ਕੁਡ ਫਾਈਨੈਂਸ ਕੰਪਨੀਸ ਐਕਸਪੈਂਸਿਸ, ਹੁਣ ਕੰਪਨੀ ਨੇ ਜਿਹੜੇ ਸਾਰੀਆਂ ਲੋੜਾਂ ਸੀ ਸਾਰੇ ਖਰਚੇ ਕੌਣ ਪੂਰਾ ਕਰਦਾ ਸੀ? ਰੈਵਨਿਊ। ਕਿਹੜੀ ਸਟੇਟ ਦਾ? ਬੰਗਾਲ ਦਾ। ਥੀਸ ਰੈਵਨਿਊਸ ਕੁਡ ਬੀ ਯੂਜ਼ਡ ਟੂ ਪਰਚੇਸ ਕਾਟਨ ਐਂਡ ਸਿਲਕ ਟੈਕਸਟਾਈਲਸ ਇਨ ਇੰਡੀਆ, ਮੇਨਟੇਨ ਕੰਪਨੀ ਟਰੂਪਸ ਐਂਡ ਮੀਟ ਦਾ ਕਾਸਟ ਆਫ ਬਿਲਡਿੰਗ ਦਾ ਕੰਪਨੀ ਫੋਰਟ ਐਂਡ ਆਫਿਸਸ ਐਟ ਕਲਕੱਤਾ। ਮਤਲਬ ਸਾਰੇ ਖਰਚੇ, ਠੀਕ ਹੈ, ਇੰਡੀਆ ਦੇ ਵਿੱਚੋਂ ਕਾਟਨ ਖਰੀਦਣਾ, ਸਿਲਕ ਖਰੀਦਣਾ, ਜਿਹੜਾ ਕੰਪਨੀ ਦਾ ਆਪਦਾ ਪਰਸਨਲ ਰਹਿਣ ਦਾ ਖਰਚਾ, ਖਾਣ ਪੀਣ ਦਾ ਖਰਚਾ ਉਹ ਸਾਰਾ, ਅਤੇ ਜਿਹੜਾ ਉਹ ਕਿਲੇ ਬਣਾਉਂਦੇ ਸੀ, ਠੀਕ ਹੈ, ਉਹਨਾਂ ਦਾ ਖਰਚਾ, ਅਤੇ ਜਿਹੜੇ ਆਪਣੇ ਆਫਿਸਸ ਬਣਾ ਰਹੇ ਸੀ ਉਹ ਕਲਕੱਤਾ ਦੇ ਵਿੱਚ, ਉਹ ਸਾਰਾ ਖਰਚਾ ਹੁਣ ਉਹ ਕਿੱਥੋਂ ਯੂਜ਼ ਕਰ ਰਹੇ ਸੀ? ਬੰਗਾਲ ਦਾ ਰੈਵਨਿਊ ਤੋਂ ਯੂਜ਼ ਕਰ ਰਹੇ ਸੀ। ਕੰਪਨੀ ਆਫੀਸ਼ੀਅਲਸ ਬਿਕੇਮ ਨਵਾਬਸ। ਵਟ ਡਜ਼ ਇਟ ਮੀਨਸ ਟੂ ਬੀ ਨਵਾਬਸ? ਇਟ ਮੀਨਟ ਆਫ ਕੋਰਸ ਦੈਟ ਦਾ ਕੰਪਨੀ ਐਕਵਾਇਰਡ ਮੋਰ ਪਾਵਰ ਐਂਡ ਅਥੋਰਿਟੀ। ਕਹਿੰਦੇ ਨਵਾਬ ਬਣਨਾ ਤੁਹਾਨੂੰ ਕੀ ਲੱਗਦਾ ਕੀ ਹੁੰਦਾ? ਕਹਿੰਦੇ ਹਾਂ ਜ਼ਰੂਰ ਤੁਸੀਂ ਸਹੀ ਸੋਚਿਆ ਕਿ ਕੰਪਨੀ ਕੋਲ ਹੋਰ ਜ਼ਿਆਦਾ ਪਾਵਰ ਅਤੇ ਅਥੋਰਿਟੀ ਆ ਗਈ, ਠੀਕ ਹੈ। ਬਟ ਇਟ ਆਲਸੋ ਮੀਨਸ ਸਮਥਿੰਗ ਐਲਸ, ਈਚ ਕੰਪਨੀ ਸਰਵੈਂਟ ਬਿਗਨ ਟੂ ਹੈਵ ਵਿਜ਼ਨਸ ਆਫ ਲਿਵਿੰਗ ਲਾਈਕ ਨਵਾਬਸ। ਪਰ ਕਹਿੰਦੇ ਇਹਦੇ ਨਾਲ ਇੱਕ ਹੋਰ ਪ੍ਰੋਬਲਮ ਖੜੀ ਹੋ ਗਈ ਕਿ ਜਿਹੜਾ ਹਰੇਕ ਕੰਪਨੀ ਦਾ ਸਰਵੈਂਟ ਸੀ, ਪਹਿਲਾਂ 100 ਬੰਦੇ ਆਏ ਸੀ, ਉਸ ਤੋਂ ਬਾਅਦ ਹੌਲੀ ਹੌਲੀ ਉਹਨਾਂ ਦੀ ਸਟਰੈਂਥ ਵੱਧਦੀ ਗਈ, ਹੁਣ ਹਰ ਕੰਪਨੀ ਦਾ ਸਰਵੈਂਟ ਸੀ ਜਿਹੜਾ ਉਹ ਆਪਣੇ ਆਪ ਨੂੰ ਰਾਜਾ ਮੰਨਦਾ ਸੀ, ਨਵਾਬ ਮੰਨਦਾ ਸੀ, ਠੀਕ ਹੈ। ਆਫਟਰ ਦਾ ਬੈਟਲ ਆਫ ਪਲਾਸੀ ਦਾ ਐਕਚੁਅਲ ਨਵਾਬਸ ਆਫ ਬੰਗਾਲ ਵਰ ਫੋਰਸਡ ਟੂ ਗਿਵ ਲੈਂਡ ਐਂਡ ਵਾਸਟ ਸਮਸ ਆਫ ਮਨੀ ਐਜ਼ ਪਰਸਨਲ ਗਿਫਟਸ ਟੂ ਕੰਪਨੀ ਅਫੀਸ਼ੀਅਲਸ। ਬੈਟਲ ਆਫ ਪਲਾਸੀ ਤੋਂ ਬਾਅਦ ਜਿਹੜਾ ਨਵਾਬ ਹੁੰਦਾ ਸੀ, ਠੀਕ ਹੈ, ਬੰਗਾਲ ਦਾ, ਉਹਨੂੰ ਫੋਰਸ ਕੀਤਾ ਗਿਆ ਕਿ ਹੋਰ ਜ਼ਿਆਦਾ ਲੈਂਡ ਅਤੇ ਮਨੀ ਹੈ ਨਾ ਕੰਪਨੀ ਨੂੰ ਗਿਫਟ ਕੀਤਾ ਜਾਵੇ, ਠੀਕ ਹੈ, ਦੋਨੇ ਚੀਜ਼ਾਂ। ਰੋਬਰਟ ਕਲਾਈਵ ਹਿਮਸੈਲਫ ਅਮਾਸਡ ਅ ਫੋਰਚੂਨ ਇਨ ਇੰਡੀਆ, ਮਤਲਬ ਰੋਬਰਟ ਕਲਾਈਵ ਨੇ ਆਪਣੀ ਆਪਦੀ ਜ਼ਿੰਦਗੀ, ਫੋਰਚੂਨ ਮਤਲਬ ਬਹੁਤ ਜ਼ਿਆਦਾ ਲਗਜ਼ਰੀ ਲਾਈਫ ਆਪਾਂ ਕਹਿ ਸਕਦੇ ਹਾਂ, ਹੈ ਨਾ, ਫੋਰਚੂਨ ਫੋਰ ਐਗਜ਼ਾਮਪਲ ਆਪਾਂ ਇੱਕ ਸ਼ਬਦ ਸੁਣ, ਐਸ਼ ਪ੍ਰਸਤੀ ਵਾਲੀ ਜ਼ਿੰਦਗੀ, ਹੈ ਨਾ, ਉਸਨੇ ਮਤਲਬ ਆਪਣੇ ਆਪ ਨੂੰ ਦਿੱਤੀ, ਹੈ ਨਾ, ਇੰਡੀਆ ਦੇ ਵਿੱਚ। ਹੀ ਹੈਡ ਕਮ ਟੂ ਮਦਰਾਸ ਫਰੋਮ ਇੰਗਲੈਂਡ ਇਨ 1743 ਐਟ ਦਾ ਏਜ ਆਫ 18। ਉਹ ਮਦਰਾਸ ਦੇ ਵਿੱਚ ਆਇਆ ਸੀ ਇੰਗਲੈਂਡ ਤੋਂ ਜਦੋਂ 1743 ਦੇ ਵਿੱਚ ਉਹ 18 ਉਹਦੀ ਏਜ ਸੀ, ਠੀਕ ਹੈ, 18 ਈਅਰਸ। ਵੈਨ ਇਨ 1767 ਹੀ ਲੈਫਟ ਇੰਡੀਆ, ਹਿਸ ਇੰਡੀਅਨ ਫੋਰਚੂਨ ਵਾਜ਼ ਵਰਥ ਯੂਰੋ 4,01,102। ਮਤਲਬ ਇੰਨੀ ਜ਼ਿਆਦਾ ਉਹਦੀ ਵਰਥ, ਮਤਲਬ ਉਹਦੀ ਪਰਸਨਲ ਪ੍ਰੋਪਰਟੀ ਹੋ ਗਈ ਸੀ ਜਦੋਂ ਉਹ 1767 ਦੇ ਵਿੱਚ ਇੱਥੋਂ ਗਿਆ, ਠੀਕ ਹੈ। ਇੰਟਰਸਟਿੰਗਲੀ ਵੈਨ ਹੀ ਵਾਜ਼ ਅਪੋਇੰਟਡ ਗਵਰਨਰ ਆਫ ਬੰਗਾਲ ਇਨ 1764, ਜਦੋਂ 1764 ਦੇ ਵਿੱਚ ਬੰਗਾਲ ਦਾ ਗਵਰਨਰ ਅਪੋਇੰਟ ਕੀਤਾ ਗਿਆ, ਹੀ ਵਾਜ਼ ਆਸਕਡ ਟੂ ਰਿਮੂਵ ਕਰਪਸ਼ਨ ਇਨ ਕੰਪਨੀ ਐਡਮਿਨਿਸਟ੍ਰੇਸ਼ਨ, ਬਟ ਹੀ was himself cross examined in 1772 by the British Parliament which was suspicious of his vast wealth। ਮਤਲਬ ਉਹਨੂੰ ਜਦੋਂ ਗਵਰਨਰ ਬਣਾਇਆ ਗਿਆ ਸੀ, ਉਹਨੂੰ ਇਹ ਕਿਹਾ ਗਿਆ ਸੀਗਾ, ਇੰਗਲੈਂਡ ਦੇ ਜਿਹੜਾ ਰੂਲਰ ਸੀ, ਹੈ ਨਾ, ਕੁਈਨ ਐਲਿਜ਼ਾਬੈਥ ਵੱਲੋਂ ਹੁਕਮ ਆਇਆ ਸੀਗਾ ਕਿ ਕੰਪਨੀ ਦੇ ਵਿੱਚੋਂ ਆਪਾਂ ਕਰਪਸ਼ਨ ਖਤਮ ਕਰਨੀ ਹੈ। ਬਟ ਫਿਰ ਉਹਨੂੰ 1772 ਦੇ ਵਿੱਚ ਉਹ ਆਪ ਹੀ ਇੰਨੇ ਜ਼ਿਆਦਾ ਕਰਪਸ਼ਨ ਕਰ ਗਿਆ ਕਿ ਉਸ ਕੋਲ ਬਹੁਤ ਜ਼ਿਆਦਾ ਧਨ ਦੌਲਤ ਹੋ ਗਈ, ਜਿਸ ਦੇ ਕਾਰਨ ਉਸਨੂੰ ਕ੍ਰੋਸ ਐਗਜ਼ਾਮਿਨ ਕਰਨਾ ਪਿਆ, ਠੀਕ ਹੈ। ਆਲਦੋ ਹੀ ਵਾਸ ਐਕੁਇਟਡ, ਹੀ ਕਮਿਟਡ ਸੁਸਾਈਡ ਇਨ 1774। ਅਤੇ ਫਿਰ ਇਸ ਤੋਂ ਬਾਅਦ ਉਸਨੇ ਕੀ ਕੀਤਾ? 1774 ਦੇ ਵਿੱਚ ਸੁਸਾਈਡ ਕਮਿਟ ਕਰ ਲਿਆ, ਠੀਕ ਹੈ। However, not all company officials succeeded in making money like Clive. Many died an early death in India due to disease and war, and it would not be right to regard all of them as corrupt and dishonest. ਪਰ ਕਹਿੰਦੇ ਸਾਰੇ ਕੰਪਨੀ ਦੇ ਅਫੀਸ਼ੀਅਲਸ ਨੇ ਜਿਹੜੇ ਉਹ ਕਲਾਈਵ ਦੇ ਵਾਂਗ ਅਮੀਰ ਨਹੀਂ ਹੋਏ, ਠੀਕ ਹੈ। ਕੁਛ ਜਲਦੀ ਮਰ ਗਏ ਡਿਸੀਜ਼ ਦੇ ਕਾਰਨ, ਕੁਝ ਵੌਰ ਦੇ ਕਾਰਨ, ਅਤੇ ਸਾਰਿਆਂ ਨੂੰ ਮਤਲਬ ਕਰਪਟ ਕਹਿਣਾ ਅਤੇ ਬੇਈਮਾਨ ਕਹਿਣਾ, ਹੈ ਨਾ, ਚੰਗੀ ਗੱਲ ਨਹੀਂ ਹੈਗੀ, ਕਿਉਂਕਿ ਕੁਛ ਇਮਾਨਦਾਰ ਵੀ ਸੀਗੇ। ਮੈਨੀ ਆਫ ਦੈਮ ਕੇਮ ਫਰੋਮ ਹੰਬਲ ਬੈਕਗਰਾਊਂਡਸ ਐਂਡ their uppermost desire was to earn enough in India, return to Britain and led a comfortable life। ਪਰ ਕਹਿੰਦੇ ਸਾਰੇ ਕੁਛ ਹੰਬਲ ਬੈਕਗਰਾਊਂਡਸ ਤੋਂ ਵੀ ਆਏ ਸੀ, ਪਰ ਉਹਨਾਂ ਦਾ ਜਿਹੜਾ ਮੇਨ ਕੰਮ ਸੀਗਾ ਉਹ ਮਤਲਬ ਇੰਨਾ ਕੁ ਜ਼ਿਆਦਾ ਕਮਾ ਸਕਣ ਕਿ ਉਹ ਆਪਣੇ ਇੰਗਲੈਂਡ ਦੇ ਵਿੱਚ ਵਾਪਸ ਜਾ ਕੇ ਵਧੀਆ ਆਪਣੀ ਕੰਫਰਟੇਬਲ ਲਾਈਫ ਜਿਉ ਸਕਣ, ਠੀਕ ਹੈ। ਦੋਜ਼ ਹੂ ਮੈਨੇਜਡ ਟੂ ਰਿਟਰਨ ਵਿਦ ਦ ਵੈਲਥ ਲੈਡ ਫਲੈਸ਼ੀ ਲਾਈਵਸ ਐਂਡ ਫਲੋਂਟਡ ਦੇਅਰ ਰਿਚਸ। ਅਤੇ ਉਹ ਸਾਰਿਆਂ ਨੇ ਕੀ ਕੀਤਾ, ਮਤਲਬ ਮੈਕਸੀਮਮ ਨੇ ਕੀ ਕੀਤਾ, ਆਪਣੇ ਜਿਹੜਾ ਵੈਲਥ, ਆਪਣਾ ਜ਼ਿਆਦਾ ਪੈਸਾ ਇੱਥੋਂ ਇਕੱਠਾ ਕਰਕੇ ਆਪਣੀ ਜਿਹੜੀ ਰਿਚ ਲਾਈਫ ਉਹਨਾਂ ਨੇ ਮਤਲਬ ਆਪਣੀ ਬਤੀਤ ਕੀਤੀ। ਦੇ ਵਰ ਕਾਲਡ ਨੈਬਬਸ, ਐਨ ਐਂਗਲਿਸਾਈਜ਼ਡ ਵਰਜ਼ਨ ਆਫ ਇੰਡੀਅਨ ਵਰਡ ਨਵਾਬ। ਦੇ ਵਰ ਆਫਨ ਸੀਨ ਐਜ਼ ਅਪਸਟਾਰਟਸ ਐਂਡ ਸੋਸ਼ਲ ਕਲਾਈਂਬਰਸ ਇਨ ਬ੍ਰਿਟਿਸ਼ ਸੋਸਾਇਟੀ ਐਂਡ ਵਰ ਰਿਡੀਕਿਊਲਡ ਐਂਡ ਮੇਡ ਫਨ ਆਫ ਇਨ ਪਲੇਸ ਐਂਡ ਕਾਰਟੂਨਸ। ਅਤੇ ਜਿਹੜੇ ਲੋਕਾਂ ਨੇ ਇੱਦਾਂ ਕੀਤਾ, ਹੈ ਨਾ,
ਇੱਥੋਂ ਮਤਲਬ ਜ਼ਿਆਦਾ ਪੈਸਾ ਲੈ ਕੇ ਉੱਥੇ ਜਾ ਕੇ ਆਪਣੀ ਐਸ਼ੋ ਆਰਾਮ ਵਾਲੀ ਜ਼ਿੰਦਗੀ ਕੀਤੀ। ਉਹਨਾਂ ਦਾ ਉੱਥੋਂ ਦੇ ਮਤਲਬ ਲੋਕਾਂ ਨੇ ਮਜ਼ਾਕ ਵੀ ਮਖੌਲ ਵੀ ਬਹੁਤ ਬਣਾਇਆ ਹੈ ਨਾ। ਅਤੇ ਫਲੋਂਟਡ ਦੇ ਰਿਚ ਮਤਲਬ ਉਹਨਾਂ ਦਾ ਜਿਹੜੇ ਅਮੀਰੀਪਣ ਦਾ ਠੀਕ ਹੈ ਕੋਝਾ ਮਜ਼ਾਕ ਉਡਾਇਆ ਗਿਆ ਠੀਕ ਹੈ ਉੱਥੋਂ ਦੇ ਲੋਕਾਂ ਦੁਆਰਾ। ਅਤੇ ਇਹਦਾ ਮਤਲਬ ਇਹ ਸੀ ਕਿ ਸਾਰੇ ਜਿਹੜੇ ਕੰਪਨੀ ਦੇ ਓਫੀਸ਼ੀਅਲ ਸੀਗੇ ਸਾਰੇ ਉਹ ਇਮਾਨਦਾਰ ਨਹੀਂ ਸੀ, ਸਾਰੇ ਬੇਈਮਾਨ ਨਹੀਂ ਸੀਗੇ ਠੀਕ ਹੈ। ਕੁਛ ਸਹੀ ਵੀ ਸੀ, ਕੁਛ ਗਲਤ ਵੀ ਸੀ। ਹੁਣ ਜਿਹੜੇ ਇੱਥੋਂ ਮਤਲਬ ਆਪਣਾ ਪੈਸਾ ਲੈ ਕੇ ਇੰਗਲੈਂਡ ਜਾ ਕੇ ਆਪਣੀ ਕੰਫਰਟੇਬਲ ਲਾਈਫ ਜਿਉਣਾ ਚਾਹੁੰਦੇ ਸੀ ਉਹਨਾਂ ਨੂੰ ਕਿਹਾ ਗਿਆ ਨੈਬਬਸ। ਕੰਪਨੀ ਰੂਲ ਐਕਸਪੈਂਡਸ। ਨੈਕਸਟ ਵੀਡੀਓ ਦੇ ਵਿੱਚ ਕਰਦੇ ਹਾਂ ਆਪਾਂ।